गुरु रूप प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी दी अमोलक लिखत माई भाग परी दा अखीरला भाग आप जी नूं सरवण कराया जा रहा है जी। आओ प्यार नाल सरवण करिए। श्री ਅੰਮ੍ਰਿਤਸਰ ਵਿੱਚ गुरु के बाजार ਦੇ पिछले पासे एक स्थान गुरु के महल करके अजे तक है। इत्थे गुरु रामदास जी, गुरु अर्जन देव जी, गुरु हरगोबिंद जी ਰਿਹਾ ਕਰਦੇ ਸਨ। ਕਦੇ ਬੜਾ ਸੁੰਦਰ ਤੇ ਰਮਣੀਕ ਤੇ ਵੱਡਾ ਘੇਰੇਦਾਰ ਥਾਂ ਸੀ। ਸਮੇਂ ਦੇ ਫੇਰ ਸਿੱਖਾਂ ਦੀ ਅਣਗਹਿਲੀ ਤੇ ਚੁਫੇਰੇ ਹਿੰਦੂ ਵਸੋਂ ਦੇ ਪ੍ਰਭਾਵ ਕਰਕੇ ਹੁਣ ਥੋੜਾ ਜਿਹਾ ਥਾਂ ਤੇ ਥੋੜਾ ਜਿਹਾ ਮੰਦਰ ਰਹਿ ਗਿਆ ਹੈ, ਜੋ ਨਿਸ਼ਾਨੀ ਜ਼ਰੂਰ ਦੱਸਦਾ ਹੈ ਕਿ ਇੱਥੇ ਕਦੇ ਜਗਤ ਦੇ ਤਾਰਨਹਾਰ ਰੰਗ ਲਾ ਗਏ ਹਨ। ਇਨ੍ਹਾਂ ਆਤਮ ਰੰਗ ਵਿੱਚ ਚਹਿਲ ਪਹਿਲ ਕਰਦੇ ਮਹਿਲਾਂ ਵਿੱਚ ਇੱਕ ਦਿਨ ਮਾਤਾ ਗੰਗਾ ਜੀ ਪਤੀਬ੍ਰਤਾ ਧਰਮ ਅਵਤਾਰ ਬੈਠੇ ਸਨ ਕਿ ਉਹਨਾਂ ਦੇ ਜਗ ਤਾਰਨਹਾਰ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਜੀ ਅਕਾਲ ਬੁੰਗੇ ਸਾਹਿਬੋਂ ਦੀਵਾਨ ਦੀ ਸਮਾਪਤੀ ਮਗਰੋਂ ਆ ਗਏ ਤੇ ਅਦਬ ਸਤਕਾਰ ਨਾਲ ਸਿਰ ਨਿਵਾਉਂਦੇ ਅੱਗੇ ਵਧੇ। ਮਾਤਾ ਜੀ ਨੇ ਸਿਰ ਛਾਤੀ ਨਾਲ ਲਾਇਆ, ਪਿਆਰ ਦਿੱਤਾ ਤੇ ਅੰਦਰੋਂ ਗੁਰਤਾ ਦਾ ਧਿਆਨ ਕਰਕੇ ਡਾਢੇ ਸਤਕਾਰ ਨਾਲ ਬਿਠਾਇਆ। ਗੁਰੂ ਜੀ ਪਲ ਕੋ ਠਹਿਰ ਕੇ ਬੋਲੇ, ਮਾਤਾ ਜੀ ਕੁਛ ਚਿਤ ਉਦਾਸੀ ਰੰਗ ਦੱਸਦਾ ਹੈ। ਮਾਤਾ, ਤਾਰਨਹਾਰ ਲਾਲ ਜੀ ਸੁਖ ਤਾਂ ਹੈ। ਗੁਰੂ ਜੀ, ਕੋਈ ਖਿੱਚ ਕਿਸੇ ਵੇਲੇ ਪੈਂਦੀ ਹੈ। ਮਾਤਾ, ਕਹੀ। ਗੁਰੂ ਜੀ, ਕੋਈ ਰੂਹ ਬਿਲਬਦੀ ਦਿਸਦੀ ਹੈ। ਮਾਤਾ, ਕਿਉਂ? ਗੁਰੂ ਜੀ, ਕਿਸੇ ਦੀ ਆਤਮਾ ਵਿੱਚ ਦਰਸ਼ਨ ਤਾਂਗ ਦੀ ਲौ ਲੱਗ ਰਹੀ ਹੈ, ਪ੍ਰੇਮ ਜਾਗ ਆਈ ਹੈ। ਮਾਤਾ ਜੀ, ਜੀ ਤਾਂ ਵਿਛੜਨ ਤੇ ਨਹੀਂ ਕਰਦਾ, ਅਥਰੂ ਭਰ ਆਏ ਪਰ। ਗੁਰੂ ਜੀ, ਮਾਤਾ ਜੀ ਕੋਈ ਦੁੱਖ ਵਿੱਚ ਹੈ, ਉਸ ਦੀ ਸਹਾਇਤਾ ਦੀ ਲੋੜ ਹੈ। ਕੋਈ ਸਿੱਖ ਵਿੱਚ ਹੈ, ਉਸ ਨੂੰ ਮਿਲਣੇ ਦੀ ਲੋੜ ਹੈ, ਆਪਣੇ ਜੋ ਹੋਏ। ਮਾਤਾ, ਅੱਖਾਂ ਮੀਟ ਗਈ, ਲੂੰ ਕੰਢੇ ਹੋ ਗਏ, ਸਦਕੇ ਇਸ ਬਿਰਧ ਦੇ ਆਪਣੇ ਜੋ ਹੋਏ। ਧੰਨ ਗੁਰੂ ਨਾਨਕ ਆਪਣੇ ਜੋ ਹੋਏ, ਧੰਨ ਗੁਰੂ ਅੰਗਦ ਆਪਣੇ ਜੋ ਹੋਏ, ਧੰਨ ਗੁਰੂ ਅਮਰਦੇਵ ਆਪਣੇ ਜੋ ਹੋਏ, ਧੰਨ ਗੁਰੂ ਰਾਮਦਾਸ ਆਪਣੇ ਜੋ ਹੋਏ, ਧੰਨ ਗੁਰੂ ਅਰਜਨ ਦੇਵ ਆਪਣੇ ਜੋ ਹੋਏ, ਧੰਨ ਗੁਰੂ ਹਰਗੋਬਿੰਦ ਆਪਣੇ ਜੋ ਹੋਏ। ਇਹ ਬਿਰਧ ਅਕਾਲ ਪੁਰਖ ਦਾ ਹੈ, ਇਹ ਬਿਰਧ ਗੁਰੂ ਦਾ ਹੈ, ਇਹ ਨਿਸ਼ਾਨੀ ਗੁਰੂ ਦੀ ਹੈ। ਫਿਰ ਅੱਖਾਂ 'ਚੋਂ ਅਥਰੂ ਗਿਰੇ ਤੇ ਫਿਰ ਕਿਸੇ ਰੱਬੀ ਆਵਾਜ਼ ਵਿੱਚ, ਧੰਨ ਮੇਰਾ ਵਾਹਿਗੁਰੂ ਅਰਸ਼ਾਂ ਕੁਰਸ਼ਾਂ ਦਾ ਮਾਲਕ, ਧੰਨ ਮੇਰਾ ਸੋਹਣਾ ਵਾਹਿਗੁਰੂ ਘਟ ਘਟ ਦਾ ਵਾਸੀ, ਧੰਨ ਮੇਰਾ ਮਿੱਠਾ ਵਾਹਿਗੁਰੂ ਜੀ ਜੀ ਦਾ ਪ੍ਰੇਮੀ, ਧੰਨ ਮੇਰਾ ਵਾਹਿਗੁਰੂ ਪਿਆਰਾ ਵਾਹਿਗੁਰੂ ਸਭ ਦਾ ਆਪਣਾ, ਧੰਨ ਮੇਰਾ ਮਿਹਰਾਂ ਦਾ ਮਾਲਕ ਵਾਹਿਗੁਰੂ, ਤੂੰ ਸਾਡਾ ਅਸੀਂ ਤੇਰੇ, ਤੇਰੇ ਮੇਰੇ ਵਿੱਚ ਓਪਰਾਪਨ ਨਹੀਂ। ਹੇ ਪਿਆਰੇ ਵਾਹਿਗੁਰੂ, ਮੇਰੇ ਤੇਰੇ ਵਿੱਚ ਓਪਰਾਪਨ ਨਹੀਂ, ਤੂੰ ਅਪਣਾ ਲੈ, ਓਪਰਾਪਨ ਨਾ ਰਹੇ। ਹੇ ਆਪਣੇ, ਹੇ ਮੇਰੇ ਆਪਣੇ ਵਾਹਿਗੁਰੂ, ਅਸੀਂ ਤੇਰੇ ਆਪਣੇ ਜੋ ਹੋਏ ਤੇ ਤੇਰੇ ਗੁਰੂ ਬਿਰਧ ਤੋਂ ਸਦਕੇ ਤੇਰੇ ਜੋ ਹੋਏ। ਵਾਹਿਗੁਰੂ ਦਾ ਆਪਣਾ ਬਿਰਧ, ਸ਼ੁਕਰ ਸ਼ੁਕਰ ਸ਼ੁਕਰ। ਮਾਤਾ ਜੀ ਇਸ ਇਲਾਹੀ ਰੰਗ ਵਿੱਚ ਚਲੇ ਗਏ। ਉਸ ਪਿਆਰਾਂ ਵਾਲੇ ਆਪਣਤਾਂ ਵਾਲੇ ਗੁਰੂ ਦਾ ਉਹ ਪਿਆਰ ਦੂਈ ਦੁਜੈਗੀ ਤੋਂ ਖਾਲੀ ਡਾਢੇ ਮੋਹ ਦਾ ਭਰਿਆ ਵਾਕ ਆਪਣੇ ਜੋ ਹੋਏ ਮਾਤਾ ਜੀ ਨੂੰ ਇਸ ਸਿਫਤ ਸਲਾਹ ਦੇ ਰੰਗ ਵਿੱਚ ਚਾੜ ਗਿਆ ਤੇ ਨਾਲ ਗੁਰੂ ਜੀ ਆਪ ਉਸੇ ਰੰਗ ਵਿੱਚ ਝੂਮ ਰਹੇ ਹਨ। ਸਾਈਂ ਮਾਲਕ ਵਾਹਿਗੁਰੂ ਦੀ ਆਪਣਤ ਤੇ ਮਿਹਰ ਦਾ ਮੀਂਹ ਵਸ ਰਿਹਾ ਹੈ। ਕਿੰਨਾ ਚਿਰ ਇਸ ਸ਼ੁਕਰ ਤੇ ਪ੍ਰੇਮ ਦੀ ਰਸ ਭਰੀ ਲਹਿਰ ਵਿੱਚ ਲੰਘ ਗਿਆ। ਫਿਰ ਗੁਰੂ ਜੀ ਬੋਲੇ, ਪਰਦੇਸ ਜਾਣਾ ਹੈ। ਮਾਤਾ ਗਦ ਗਦ ਕੰਠ ਤੋਂ, ਹੇ ਜਗਤ ਗੁਰੂ ਜੀ ਜਾਓ, ਹੇ ਤਾਰਨਹਾਰ ਜੀ ਜਾਓ, ਹੇ ਮੇਰਾਂ ਦੇ ਸਾਈਂ ਜੀ ਜਾਓ, ਹੇ ਬਿਰਧਪਾਲ ਜੀ ਜਾਓ, ਪਰ ਹੇ ਪੁੱਤਰ ਜੀ, ਹੇ ਲਾਲ ਜੀ, ਹੇ ਮਾਂ ਦੀਆਂ ਅੱਖਾਂ ਦੇ ਚਾਨਣ ਜੀ, ਇੰਨੀ ਛੇਤੀ ਮੁੜਨਾ ਕਿ ਮਾਂ ਦੀਆਂ ਆਂਦਰਾਂ ਚੱਲ ਲੈਣ।
गुरु जी सिर निवड़ा के, माता जी जिवें आ गया, पर पेंडा दूर है, कश्मीर जाना है पिंबर वाले रस्ते, पर मुड़ना परले रस्ते पहाड़ा थानी है। गुरु बाबे दे पंजे साहिब कोल दी जा निकलना है, समा तां लग सी जीवां दा उधार। माता छेती नाल, लाल जी उस जागदी जोत अकाल पुरख ਦੀ ਸੇਵਾ ਵਿੱਚ ਤੁਹਾਡੇ ਰਸਤੇ ਵਿੱਚ ਮੇਰਾ ਪਿਆਰ ਕਦੇ ਅਟਕਾ ਨਾ ਪਾਵੇ। ਜਿਸ ਦੇ ਤੇਜ ਅੱਗੇ ਸੂਰਜਾਂ ਦੇ ਝੁੰਡ ਕੰਬਦੇ ਹਨ, ਜਿਸ ਦੇ ਪ੍ਰਤਾਪ ਤੇ ਜਲਾਲ ਅੱਗੇ ਜਗਤ ਸਿਰ ਨਿਹੋੜਾਉਂਦਾ ਹੈ, ਮੇਰੀ ਨਿੱਕੀ ਮਰਜ਼ੀ ਉਸ ਮਹਾਂ ਤੇਜ ਦੀ ਰਜ਼ਾ ਵਿੱਚ ਸਦਾ ਇਕਸੁਰ ਰਹੇ। ਇਨਸਾਨੀ ਸਮਝ ਦੇ ਖਿਆਲ ਤੋਂ ਮਾਂ ਨੂੰ ਇਨਸਾਨੀ ਦਿਲ ਵਾਲੀ ਜਾਣ ਕੇ ਇਨਸਾਨੀ ਮੂੰਹ ਦੇ ਵਲਵਲੇ ਨੂੰ ਵੀ ਚੇਤੇ ਰੱਖਣਾ ਤੇ ਇੰਨਾ ਚਿਰ ਨਾ ਲਾਉਣਾ ਕਿ ਮੈਂ ਵਿਲਪ ਜਾਵਾਂ। ਗੁਰੂ ਜੀ ਸਤ ਬਚਨ ਮਾਤਾ ਜੀ, ਉਹਨਾਂ ਸਮਾਂ ਲਾਸਾਂ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਜੋ ਉਹਨਾਂ ਦੇ ਰੱਬੀ ਕੰਮ ਲਈ ਪ੍ਰੇਰਨ ਹੋਇਆ। ਇਉਂ ਕਹਿੰਦੇ ਸਿਰ ਨਿਵਾਉਂਦੇ ਮਾਤਾ ਦੇ ਗਲੇ ਲੱਗਦੇ ਪਿਆਰ ਅਸੀਸਾਂ ਲੈਂਦੇ ਵਿਦਾ ਹੋਏ। ਅਰਸ਼ੋਂ ਦੁਨੀਆ ਨੂੰ ਪਿਆਰ ਕਰਨ ਆਏ ਪੁੱਤ ਨੂੰ ਟੋਰ ਕੇ ਮਾਤਾ ਨੇ ਅੰਦਰੋਂ ਬੂਹੇ ਮਾਰ ਲਏ ਤੇ ਉਸ ਪੂਰੇ ਵਾਹਿਗੁਰੂ ਪ੍ਰੇਮ ਦੇ ਰੰਗ ਵਿੱਚ ਅਰਦਾਸ ਮਗਨ ਹੋ ਗਈ। ਏ ਵਾਹਿਗੁਰੂ, हे ਪਿਆਰੇ ਪਿਤਾ, हे ਮੇਰੇ ਆਪਣੇ ਵਾਹਿਗੁਰੂ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੇ ਸੰਗ ਬਸੇ। हे ਮੇਰੇ ਆਪਣੇ ਪਰਮੇਸ਼ਰ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੇ ਸੰਗ ਬਸੇ। ਇੱਕ ਅਚਰਜ ਰੱਬੀ ਸੁਰ ਵਿੱਚ ਮਾਤਾ ਜੀ ਫਿਰ ਗਾਵੇਂ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ ਜੀ ਕੇ ਸੰਗ ਬਸੇ। हे ਦਾਤਾ, हे ਮੇਰੇ ਸੁੰਦਰਾਂ ਦੇ ਸੁੰਦਰ ਵਾਹਿਗੁਰੂ, ਕਦੇ ਨਾ ਵਿਸਰੋ, ਕਦੇ ਨਾ ਦੂਰ ਹੋਵੋ, ਕਦੇ ਨਾ ਓਲੇ ਹੋਵੋ, ਕਦੇ ਨਾ ਵਿਥ ਪਵੇ। हे ਚਾਨਣ, हे ਸੂਰਜਾਂ ਦੇ ਸੂਰਜ, ਇਹ ਨੇਤਰ ਅੰਸੇ, ਇਹਨਾਂ ਵਿੱਚ ਸਦਾ ਬੈਠੋ, ਸਦਾ ਦਿਸੋ, ਸਦਾ ਵਸੋ, ਕਦੀ ਨਾ ਵਿਛੜੋ। हे ਮਾਲਕ, ਲਾਲ ਤੇਰੀ ਜੋਤ ਹੈ, ਨੈਣ ਦੇ ਸਦਾ ਤੇਰਾ ਜਲਵਾ ਦੇਖਾਂ। ਮੇਰੀਆਂ ਮਮਤਾ ਭਰੀਆਂ ਅੱਖੀਆਂ ਪੁੱਤ ਵੇਖਦੀਆਂ ਹਨ, ਮੈਨੂੰ ਸਦਾ ਆਪਣੀ ਜੋਤ ਵਿਖਾਲ। ਮੈਂ ਤੈਨੂੰ ਵੇਖਾਂ, ਇੱਕ ਤੈਨੂੰ ਵੇਖਾਂ, ਲਾਲ ਵਿੱਚ ਇੱਕ ਤੇਰਾ ਜਲਵਾ ਦੇਖਾਂ। ਪਰ ਮੈਂ ਪੁੱਤ ਵੇਖਦੀ ਹਾਂ, ਹਾਂ ਮੈਂ ਗੁਰੂ ਵੇਖਦੀ ਹਾਂ, ਗੁਰੂ ਵੇਖਾਂ, ਤੇਰੀ ਰਜ਼ਾ ਵੇਖਾਂ, ਤੇਰੀ ਰਜ਼ਾ ਵਿੱਚ ਕਦੇ ਆਪਣਾ ਆਪ ਅੱਗੇ ਆਉਂਦਾ ਨਾ ਦੇਖਾਂ। हे ਆਪੇ ਤਾਰਨਹਾਰ ਮੇਰਾਂ ਵਾਲੇ, ਕਬੂ ਨਾ ਹੋਵੋ ਦ੍ਰਿਸ਼ਟ ਅਗੋਚਰ। ਇਉਂ ਅਰਦਾਸਾਂ ਕਰਦੀ ਉੱਚੇ ਭਾਵਾਂ ਵਿੱਚ ਲੀਨ ਹੁੰਦੀ ਮਾਤਾ ਉੱਠੀ, ਗਲ ਪੱਲਾ ਪਾਇਆ। ਵਾਹਿਗੁਰੂ ਦੇ ਜਲਾਲੀ ਰੂਪ ਦੇ ਅਨੁਭਵ ਵਿੱਚ ਜ਼ਮੀਨ ਉੱਤੇ ਡੰਡੋਤ ਮੱਥਾ ਟੇਕ ਕਿਸੇ ਡਾਢੇ ਉੱਚੇ ਰਸ ਦੇ ਰੰਗ ਵਿੱਚ ਗਾਵੀਂ, ਆਦੇਸ ਤਸੈ ਆਦੇਸ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇਸ ਆਦੇਸ਼ ਵਿੱਚ ਅਰਥਾਤ ਮੱਥਾ ਟੇਕਣ ਵਿੱਚ ਉਸ ਆਦ ਤੇ ਆਦ ਤੋਂ ਰਹਿਤ, ਮਾਇਆ ਤੋਂ ਰਹਿਤ, ਸਦਾ ਇੱਕ ਰਸ ਦੇ ਚਰਨ ਕਮਲਾਂ ਵਿੱਚ ਮੱਥਾ ਟੇਕਦੀ ਲੀਨ ਹੋ ਰਹੀ। ਮਾਤਾ ਜੀ ਤੋਂ ਵਿਦਾ ਹੋ ਗੁਰੂ ਸਾਹਿਬ ਡੇਰੇ ਗਏ। ਉੱਥੇ ਜਾ ਕੇ ਆਪਣੇ ਕਾਰਦਾਰਾਂ ਨੂੰ ਬੁਲਾ ਕੇ ਚੋਣਵੇਂ ਸੂਰਮੇ ਨਾਲ ਚੱਲਣ ਲਈ ਤਿਆਰ ਕਰਵਾਏ ਤੇ ਪਿੱਛੇ ਦਾ ਇੰਤਜ਼ਾਮ ਯੋਗ ਕਰਮਚਾਰੀਆਂ ਨੂੰ ਸੌਂਪ ਕੇ ਆਪ ਟੁਰ ਪਏ। ਅੰਮ੍ਰਿਤਸਰੋਂ ਟੁਰ ਕੇ ਸੰਗਤਾਂ ਨੂੰ ਨਿਹਾਲ ਕਰਦੇ ਆਪ ਚਪਰਾਹੜਪੁਰ ਪਿੰਡ ਜੋ ਸਿਆਲਕੋਟ ਦੇ ਜ਼ਿਲ੍ਹੇ ਹੈ ਆਪਣੇ। ਮੈਦਾਨ ਵਿੱਚ ਇੱਕ ਬ੍ਰਾਹਮਣ ਖੜਾ ਸੀ। ਉਸਨੇ ਦੂਰ ਤੋਂ ਘੋੜ ਅਸਵਾਰ ਆਉਂਦੇ ਵੇਖੇ। ਸਭ ਤੋਂ ਅੱਗੇ ਪਹੁੰਚੇ ਸਵਾਰ ਤੋਂ ਉਸਨੇ ਪੁੱਛਿਆ, ਇਹ ਕੌਣ ਹੈ? ਸਵਾਰ ਨੇ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਜੋ ਵਾਹਿਗੁਰੂ ਵੱਲੋਂ ਜਗਤ ਨੂੰ ਤਾਰਨ ਆਏ ਹਨ, ਉਹਨਾਂ ਦੀ ਸਵਾਰੀ ਆ ਰਹੀ ਹੈ। ਅਵਤਾਰ ਤੇ ਅਸਵਾਰ, ਦੋ ਗੱਲਾਂ ਸੋਚਦਾ ਬ੍ਰਾਹਮਣ ਉੱਥੇ ਖੜਾ ਰਿਹਾ। ਇਹਨੇ ਨੂੰ ਸਤਿਗੁਰ ਘੋੜੇ ਨੂੰ ਅੱਡੀ ਲਾਏ ਆਪ ਆ ਨਿਕਲੇ ਤੇ ਕਹਿਣ ਲੱਗੇ, ਹੇ ਬ੍ਰਾਹਮਣ, ਕਿਤੇ ਜਲ ਨੇੜੇ ਹੈ? ਬ੍ਰਾਹਮਣ ਨੇ ਨੁਹਾਰ ਤੇ ਕਲਗੀ ਜਿੱਗਾ ਤੋਂ ਪਛਾਤਾ ਕਿ ਹੋਵੇ ਨਾ ਤਾਂ ਹਰਗੋਬਿੰਦ ਗੁਰੂ ਇਹੋ ਹੈ। ਮੂੰਹ ਪੱਕਾ ਕਰਕੇ ਕਹਿਣ ਲੱਗਾ, ਹੇ ਸਤਿਗੁਰੂ, ਆਪ ਜਗਤ ਗੁਰੂ ਹੋ, ਘਟ ਘਟ ਦੀ ਜਾਣਨ ਹਾਰੇ ਹੋ। ਆਪ ਤੋਂ ਕੀ ਕੁਛ ਗੁੱਜਾ ਛਿਪਾ ਹੈ? ਜਿੱਥੇ ਪਾਣੀ ਹੈ ਆਪ ਜਾਣ ਰਹੇ ਹੋ। ਸਤਿਗੁਰੂ ਇਹ ਸੁਣ ਕੇ ਬ੍ਰਾਹਮਣ ਵੱਲ ਗੌਰ ਨਾਲ ਤੱਕੇ ਤੇ ਫਿਰ ਹੇਠਾਂ ਉਤਰੇ।
ਇੰਨੇ ਨੂੰ ਬਾਕੀ ਸੈਨਾ ਵੀ ਆ ਗਈ। ਜੋ ਸਵਾਰ ਨੇੜੇ ਤੇੜੇ ਪਾਣੀ ਦੇਖਣ ਗਏ ਸਨ ਉਹ ਵੀ ਆ ਗਏ ਤੇ ਦੱਸਣ ਲੱਗੇ ਕਿ ਪਾਣੀ ਕਿਤੇ ਨੇੜੇ ਤਾਂ ਨਹੀਂ ਦਿਸਦਾ। ਸਤਿਗੁਰੂ ਜੀ ਇੱਕ ਡਾਢੇ ਗੰਭੀਰ ਤੇ ਤੇਜ ਦੇ ਰੰਗ ਵਿੱਚ ਖੜੇ ਸਨ। ਸਵਾਰਾਂ ਦੀ ਗੱਲ ਮਾਨੋ ਸੁਣੀ ਨਹੀਂ। ਆਪ ਦੇ ਹੱਥ ਵਿੱਚ ਇੱਕ ਭਾਰੀ ਬਰਛਾ ਸੀ। ਜਿੱਥੇ ਖੜੇ ਸਨ ਉੱਥੇ ਹੀ ਉਹ ਬਰਛਾ ਜ਼ਮੀਨ ਵਿੱਚ ਖੋਪ ਕੇ ਕੱਢ ਲਿਆ। ਬਰਛੇ ਦੇ ਬਾਹਰ ਨਿਕਲਦੇ ਸਾਰ ਪਾਣੀ ਦੀ ਧਾਰ ਨਾਲ ਆਈ। ਇਸ ਤਰ੍ਹਾਂ ਬ੍ਰਾਹਮਣ ਆਪਣੀ ਕਰਨੀ ਤੇ ਸ਼ਰਮਿੰਦਾ ਹੋ ਕੇ ਪੈਰੀਂ ਡਿੱਗ ਪਿਆ ਤੇ ਭੁੱਲ ਬਖਸ਼ਾਈ। ਸਤਿਗੁਰੂ ਨੇ ਮਿਹਰ ਕੀਤੀ ਤੇ ਵਾਹਿਗੁਰੂ ਜੀ ਦਾ ਪਿਆਰ ਇਸ ਨੂੰ ਦਾਨ ਕੀਤਾ। ਇੱਥੇ 1-2 ਦਿਨ ਡੇਰਾ ਰਿਹਾ ਤੇ ਉਸ ਚਸ਼ਮੇ ਦਾ ਪਾਣੀ ਕਾਫੀ ਕਮ ਦਿੰਦਾ ਰਿਹਾ। ਫਿਰ ਸਤਿਗੁਰੂ ਜੀ ਗੜੋੜੀ, ਵਜ਼ੀਰਾਬਾਦ ਅਨੇਕ ਥਾਈਂ ਠਹਿਰਦੇ, ਉਪਦੇਸ਼ ਦੇਂਦੇ, ਸੰਗਤਾਂ ਤਾਰਦੇ, ਅਨੇਕਾਂ ਜੀਵਾਂ ਦਾ ਉਧਾਰ ਕਰਦੇ ਮੀਰਪੁਰ ਚੌਮੁਖ ਜਾ ਉਤਰੇ। ਇੱਥੇ ਸੰਨਿਆਸੀ ਬੈਰਾਗੀਆਂ ਦਾ ਕੋਈ ਇਕੱਠ ਸੀ। ਸਾਰੇ ਦੀਵਾਨ ਵਿੱਚ ਆ ਜੁੜੇ। ਇਹਨਾਂ ਵਿੱਚ ਇੱਕ ਬੀਰਮ ਨਾਮੇ ਬ੍ਰਾਹਮਣ ਵੀ ਆ ਗਿਆ। ਇਹ ਚਿਰ ਤੋਂ ਸੱਚੇ ਮਾਰਗ ਦਾ ਢੂੰਡਾਵ ਸੀ। ਵਾਹਿਗੁਰੂ ਦੀ ਮਿਹਰ ਨਾਲ ਇਸ ਦੀ ਨਿਸ਼ਾ ਹੋਈ ਤੇ ਨਾਮ ਤਰੀਕ ਹੋ ਕੇ ਸਿੱਖ ਬਣ ਗਿਆ। ਉਸ ਦੀ ਔਲਾਦ ਦੇ ਕਈ ਲੋਕ ਹੁਣ ਤੱਕ ਸਿੱਖ ਸੁਣੀਂਦੇ ਹਨ। ਇਸ ਤੋਂ ਅੱਗੇ ਕੈਣ ਪਿੰਡ ਵਿੱਚ ਚਾਂਗਣ ਨਾਮ ਇੱਕ ਪੂਜਨੀਕ ਬ੍ਰਾਹਮਣ ਆਪਣੀ ਸੇਵਕੀ ਦਾ ਆਗੂ ਪ੍ਰਸਿੱਧ ਆਦਮੀ ਸੀ। ਸਤਿਗੁਰਾਂ ਦੇ ਦਰਸ਼ਨ ਨੂੰ ਆਇਆ। ਜਦੋਂ ਆਪਣੇ ਸੰਸੇ ਨਿਵਰਤ ਹੋਏ ਵੇਖੇ ਤਾਂ ਸਾਰੀ ਲੋਕ ਲਾਜ ਛੱਡ ਕੇ ਗੁਰੂ ਕਾ ਸਿੱਖ ਹੋ ਗਿਆ। ਪਿੰਬਰ ਲੰਘ ਕੇ ਸਮਾਣੀ ਪਿੰਡ ਦਾ ਮੂਲਾ, ਜੋ ਆਪਣੇ ਇਲਾਕੇ ਦਾ ਗੁਰੂ ਸੀ, ਸਤਿਗੁਰ ਦਾ ਸਿੱਖ ਬਣ ਗਿਆ। ਇਹ ਲੋਕ ਰਸਮੀ ਆਗੂ ਸੀ। ਇਹਨਾਂ ਦੇ ਆਤਮੇ ਵਿੱਚ ਜਾਗਰਤ ਨਹੀਂ ਸੀ। ਰੱਬੀ ਹੁਲਾਰਾ ਇਹਨਾਂ ਦੇ ਅੰਦਰ ਨਹੀਂ ਸੀ। ਸਤਿਗੁਰ ਦੇ ਦੀਦਾਰ ਨਾਲ ਵਾਹਿਗੁਰੂ ਪ੍ਰੇਮ ਦਾ ਝਲਕਾ ਵੱਜ ਜਾਂਦਾ ਸੀ ਤੇ ਮਾਨੋ ਸੁੱਤੇ ਜਾਗ ਪੈਂਦੇ ਤੇ ਮੋਏ ਜੀ ਉੱਠਦੇ ਸਨ। ਇਹਨਾਂ ਦੇ ਪ੍ਰੇਮੀ ਹੋਣ ਨਾਲ ਇਹਨਾਂ ਦੀਆਂ ਸੰਗਤਾਂ ਵੀ ਜੀਵਨ ਕਣੀ ਪਾ ਲੈਂਦੀਆਂ ਸਨ। ਬੈਰਾਮ ਗਲੇ ਜਾ ਗੁਰੂ ਜੀ ਨੇ ਡੇਰੇ ਪਾਏ ਤੇ ਸ਼ਿਕਾਰ ਚੜੇ। ਇਸ ਇਲਾਕੇ ਦਾ ਇੱਕ ਝੰਡਾ ਨਾਮੇ ਸਿੱਖ ਗੁਰੂ ਜੀ ਨੂੰ ਜੰਗਲ ਦੇ ਸਾਰੇ ਰਸਤੇ ਦੱਸਦਾ ਫਿਰਿਆ। ਇੱਕ ਥਾਂ ਜਾ ਕੇ ਸਤਿਗੁਰਾਂ ਨੇ ਕਿਹਾ, ਝੰਡਾ ਇੱਥੇ ਠਹਿਰ ਜਾ, ਅਸੀਂ ਮੁੜ ਕੇ ਆਵਾਂਗੇ ਤਾਂ ਸਾਡੇ ਨਾਲ ਚੱਲੀ। ਸਤਿਗੁਰੂ ਜੀ ਅੱਗੋਂ ਹੋ ਕੇ ਕਿਸੇ ਹੋਰ ਰਸਤੇ ਡੇਰੇ ਅਪੜ ਗਏ। 30 ਦਿਨ ਫਿਰ ਸਤਿਗੁਰੂ ਸੈਰ ਸ਼ਿਕਾਰ ਕਰਦੇ ਉਸੇ ਰਾਹ ਨਿਕਲੇ ਤਾਂ ਝੰਡਾ ਉਸੇ ਟਿਕਾਣੇ ਸਤਿਗੁਰੂ ਦੀ ਉਡੀਕ ਵਿੱਚ ਰਸਤਾ ਵੇਖ ਰਿਹਾ ਸੀ। ਸਤਿਗੁਰੂ ਜੀ ਨੇ ਨੇੜੇ ਆ ਕੇ ਝੰਡੇ ਨੂੰ ਗੱਲ ਲਾਇਆ। ਭਾਈ ਝੰਡਾ, ਭਾਈ ਝੰਡਾ ਆਖ ਕੇ 3 ਵਾਰ ਕਿਹਾ, ਨਿਹਾਲ ਨਿਹਾਲ ਨਿਹਾਲ। ਇਹ ਸਿੱਖ ਏਡਾ ਉੱਚਾ ਹੋਇਆ ਕਿ ਉਸ ਇਲਾਕੇ ਦੀ ਸਿੱਖੀ ਦੀ ਮੰਜੀ ਇਸ ਨੂੰ ਬਖਸ਼ੀ। ਇਸ ਤਰ੍ਹਾਂ ਜਗ੍ਹਾ ਜਗ੍ਹਾ ਠਹਿਰਦੇ, ਸੰਗਤਾਂ ਤਾਰਦੇ, ਵਾਹਿਗੁਰੂ ਤੋਂ ਵਿਛੜੀਆਂ ਰੂਹਾਂ ਨੂੰ ਮਿਲਾਪ ਕਰਾਉਂਦੇ, ਨਵੀਆਂ ਜਿੰਦਕਣੀਆਂ ਪਾ ਪਾ ਰੂਹਾਨੀ ਆਤਮ ਜੀਵਨ ਦਾਨ ਕਰਦੇ, ਅਖੀਰ ਡੇਰੇ ਕੱਟੂ ਸ਼ਾਹ ਫਕੀਰ ਦੇ ਘਰ ਜਾ ਪਏ। ਇਹ ਜਨਮ ਦਾ ਮੁਸਲਮਾਨ ਸੀ। ਫਕੀਰੀ ਦੀ ਸ਼ੌਕ ਵਿੱਚ ਦੁਨੀਆ ਫਿਰਦਾ ਕਦੇ ਅੰਮ੍ਰਿਤਸਰ ਅਪੜਿਆ ਸੀ। ਉੱਥੇ ਇਸ ਦੀ ਨਿਸ਼ਾ ਹੋਈ ਸੀ। ਰਿੱਧੀਆਂ ਸਿੱਧੀਆਂ, ਨਾਟਕ ਚੇਟਕ ਤਾਂ ਬਥੇਰਾ ਜਾਣਦਾ ਸੀ, ਪਰ ਅੰਤਰ ਆਤਮੇ ਠੰਡ ਨਹੀਂ ਸੀ। ਅੰਦਰਲਾ ਠੌਰ ਨਹੀਂ ਬਣਦਾ ਸੀ। ਸਤਿਗੁਰਾਂ ਦੀ ਮਿਹਰ ਨਾਲ ਇਸ ਨੂੰ ਸ਼ਾਂਤੀ ਆਈ। ਵਾਹਿਗੁਰੂ ਚਰਨਾਂ ਦਾ ਪ੍ਰੇਮ ਪ੍ਰਾਪਤ ਹੋਇਆ। ਸਿੱਖੀ ਧਾਰਨ ਕੀਤੀ ਤੇ ਇਸ ਟਿਕਾਣੇ ਆ ਡੇਰੇ ਲਾਏ ਸਨ। ਰਹਿਤ ਕੁਝ ਮਸਤਾਨਾ ਜਿਹੀ ਸੀ, ਪਰ ਇਹ ਹਾਲਤ ਨਾਮ ਰਸ ਵਿੱਚ ਨਿਰੰਤਰ ਡੁੱਬੇ ਰਹਿਣ ਕਰਕੇ ਸੀ। ਸਤਿਗੁਰੂ ਜੀ ਇਸ ਪ੍ਰੇਮੀ ਦੇ ਡੇਰੇ ਆਪ ਆ ਉਤਰੇ। ਕੱਟੂ ਸ਼ਾਹ ਦੇ ਆਦਰ ਤੇ ਸਤਿਕਾਰ ਦਾ ਕੋਈ ਅੰਤ ਨਹੀਂ ਸੀ, ਜਿਸ ਨੂੰ ਆਪਣੇ ਦਾਤਾ ਜੀ ਇਸ ਤਰ੍ਹਾਂ ਘਰ ਆ ਕੇ ਮਿਲੇ। ਸੋ ਸਤਿਗੁਰੂ ਜੀ ਥੋੜਾ ਚਿਰ ਠਹਿਰ ਕੇ ਸ਼੍ਰੀਨਗਰ ਕਸ਼ਮੀਰ ਦੀ ਰਾਜਧਾਨੀ ਵੱਲ ਟੁਰ ਪਏ। ਉਧਰ ਮਾਈ ਆਪਣੇ ਘਰ ਆਪਣੇ ਆਹਰੇ ਉਸੇ ਤਰ੍ਹਾਂ ਲੱਗੀ ਰਹੀ। ਇੱਕ ਦਿਨ ਸਵੇਰ ਸਾਰ ਉੱਠੀ ਤਾਂ ਬੜੀ ਘਬਰਾਈ ਹੋਈ ਸੀ। ਪੁੱਤ ਨੇ ਆ ਕੇ ਮੱਥਾ ਟੇਕਿਆ ਤੇ ਆਖਿਆ, ਮਾਤਾ ਜੀ ਅੱਜ ਬੜੇ ਉਦਾਸ ਹੋ। ਮਾਤਾ, ਬੱਚਾ, ਅੱਜ ਮੈਂ ਇੱਕ ਸੁਪਨਾ ਡਿੱਠਾ ਹੈ ਤੇ ਸੁਪਨੇ ਵਿੱਚ ਇੱਕ ਯਤਨ ਕਰਦੀ ਰਹੀ ਹਾਂ, ਜਿਸ ਕਰਕੇ ਥੱਕ ਗਈ ਹਾਂ। ਉਹ ਥਕਾਨ ਮੇਰੇ ਜਾਗ ਪੈਣ ਤੇ ਵੀ ਮੇਰੇ ਸਰੀਰ ਵਿੱਚ ਹੈ। ਇਸ ਤੋਂ ਭੈ ਜਿਹਾ ਲੱਗਦਾ ਹੈ ਕਿ ਸੁਪਨਾ ਕੋਈ ਸੱਚੀ ਨਿਸ਼ਾਨੀ ਨਾ ਦਿੰਦਾ ਹੋਵੇ। ਸੇਵਾਦਾਸ, ਮਾਂ ਜੀ, ਉਹ ਸੁਪਨਾ ਕੀ ਸੀ? ਮਾਤਾ, ਉਹ ਇਉਂ ਸੀ ਕਿ ਜਾਂ ਮੈਂ ਸੌਂ ਗਈ ਤਾਂ ਮੈਨੂੰ ਭਾਸਿਆ ਕਿ ਕੋਈ ਤੱਤੀ ਹਵਾ ਚੱਲ ਪਈ ਹੈ
ਤੇ ਮੈਨੂੰ ਨੀਂਦ ਨਹੀਂ ਪੈਣ ਦਿੰਦੀ ਤੇ ਉਂਝ ਮੈਂ ਸੁੱਤੀ ਪਈ ਸਾਂ। ਫਿਰ ਹਨੇਰਾ ਹੋ ਗਿਆ। ਫਿਰ ਇੱਕ ਲਾਲ ਗੂੜਾ ਚਾਨਣਾ ਆਇਆ। ਇਹਨੇ ਵਿੱਚ ਇੱਕ ਸੂਰਤ ਮੈਂ ਵੇਖੀ। ਇਸ ਦੀ ਕੁਛ ਅਚਰਜ ਜਿਹੀ ਨੁਹਾਰ ਸੀ। ਮੈਥੋਂ ਕੁਛ ਵਿੱਥ ਉੱਤੇ ਤੇ ਕੁਛ ਆਦਰ ਵਾਲੇ ਨੈਣਾ ਨਾਲ ਤੱਕ ਕੇ ਖੜੋ ਗਿਆ ਤੇ ਆਖਣ ਲੱਗਾ, ਜੈ ਹੋ ਮਾਈ, ਤੇਰੀ ਔਦ ਪੁੱਗ ਗਈ ਹੈ, ਤਿਆਰੀ ਕਰੋ। ਮੈਂ ਕਿਹਾ, ਮੇਰੀ ਤਿਆਰੀ ਸਦਾ ਹੈ, ਮੈਂ ਗੁਰੂ ਹਜ਼ੂਰ ਹਾਜ਼ਰ ਹਾਂ। ਸਿਮਰਨ ਸਦਾ ਦਾ ਸਿਮਰਨ, ਹਰ ਘੜੀ ਦੀ ਤਿਆਰੀ ਹੈ। ਜੋ ਛਿਨ ਛਿਨ ਨਾ ਵਿਸਾਰੇ ਉਹ ਛਿਨ ਛਿਨ ਵਿੱਚ ਤਿਆਰ ਰਹਿੰਦਾ ਹੈ। ਮੇਰੀ ਤਿਆਰੀ ਹੋਈ ਹਵਾਈ ਹੈ। ਉਹ ਕਹਿਣ ਲੱਗਾ, ਹਾਂ ਪਰ ਨਹੀਂ, ਤੂੰ ਅਜੇ ਤਿਆਰ ਨਹੀਂ, ਉਡੀਕਾਂ ਵਿੱਚ ਹੈ ਤੇ ਸਮਾਂ ਹੋਰ ਠਹਿਰਨ ਦੀ ਆਗਿਆ ਨਹੀਂ ਦਿੰਦਾ। ਪਤਾ ਨਹੀਂ ਪੁੱਤ, ਮੈਨੂੰ 70-72 ਤੋਂ ਅੱਗੇ ਮੌਤੋਂ ਵੀ ਲੰਘ ਚੁੱਕੀ ਨੂੰ ਅਕਲ ਕਿੱਥੋਂ ਫੁਰ ਪਈ, ਪਰ ਅੰਦਰੋਂ ਹੀ ਸੁਪਨੇ ਦੀ ਗਾਫਲੀ ਵਿੱਚ ਫੁਰ ਪਿਆ। ਮੈਂ ਤਾਂ ਸਮੇਂ ਦੇ ਮਾਲਕ ਕਾਲ ਦੇ ਰਾਜ ਅਕਾਲ ਦੀ ਸ਼ਰਨ ਹਾਂ। ਮੇਰੇ ਪਰ ਸਮੇਂ ਦਾ ਹੁਕਮ ਕਿਵੇਂ ਹੈ? ਸੋ ਮੈਂ ਉੱਤਰ ਦਿੱਤਾ, ਮੈਂ ਉਸ ਦੀ ਉਡੀਕ ਵਿੱਚ ਹਾਂ ਜੋ ਕਾਲ ਤੋਂ ਰਹਿਤ ਸਰਬ ਕਾਲ ਦੇ ਉੱਤੇ ਹੁਕਮ ਰੱਖਦਾ ਹੈ। ਜੇ ਉਸ ਦਾ ਇਹ ਹੁਕਮ ਹੈ ਤਾਂ ਮੇਰੇ ਸਿਰ ਮੱਥੇ ਤੇ ਹੈ, ਤੇ ਜੇ ਇਹ ਉਸ ਦਾ ਹੁਕਮ ਨਹੀਂ ਤਾਂ ਮੇਰੀ ਉਡੀਕ ਇੱਕ ਡੋਰ ਹੈ ਜੋ ਸਮੇਂ ਦੇ ਮੁੱਕ ਜਾਣ ਤੇ ਵੀ ਮੇਰੀ ਜਿੰਦੜੀ ਨੂੰ ਲਈ ਜਾਏਗੀ। ਉਸਨੇ ਆਖਿਆ, ਮੈਂ ਸੁਨੇਹਾ ਦੇ ਦਿੱਤਾ ਹੈ। ਇਹ ਸੁਨੇਹਾ ਕਾਲ ਦੇ ਲੇਖਾ ਰੱਖਣ ਵਾਲੇ ਦਾ ਹੈ। ਕਾਲ ਦਾ ਇਹ ਗੁਪਤ ਲੇਖਾ ਹੈ ਜੋ ਹੁਣ ਤੇਰੇ ਲਈ ਮੁੱਕਦਾ ਹੈ। ਮੈਂ ਕਿਹਾ, ਫਿਰ ਮੈਂ ਤਾਂ ਅਜੇ ਤਿਆਰ ਨਹੀਂ, ਮੇਰੇ ਵੱਸ ਨਹੀਂ, ਮੈਂ ਤਾਂ ਕਿਸੇ ਲਿਵ ਵਿੱਚ ਬੱਝੀ ਪਈ ਹਾਂ। ਤੁਸੀਂ ਜੇ ਸਮਰੱਥ ਹੋ ਤਾਂ ਤੋੜ ਲਓ ਤੇ ਲੈ ਚੱਲੋ, ਉਜ਼ਰ ਨਹੀਂ। ਰੋਂਦੀ ਟੁਰਸਾਂ, ਕੁਰਲਾਂਦੀ ਜਾਸਾਂ, ਕੂੰਜ ਵਾਂਗੂ ਕੂਕੂ ਕਰਸਾਂ, ਆਖਸਾਂ ਹਾਏ ਨਾ ਵਿਛੋੜੋ, ਨਾ ਵਿੱਥ ਪਾਓ, ਮਿਲ ਲੈਣ ਦਿਓ, ਸਿੱਕ ਲਾਦ ਲੈਣ ਦਿਓ। ਜੇ ਬਲੀ ਹੋ ਤਾਂ ਲੈ ਜਾਸੋ, ਖੁਸ਼ੀ ਨਾਲ, ਮੈਂ ਨਹੀਂ ਜੇ ਤਿਆਰ, ਮੇਰੇ ਵੱਸ ਦੀ ਗੱਲ ਨਹੀਂ, ਮੇਰੀ ਲਗਨ ਮੇਰੇ ਵੱਸੋਂ ਪਰੇ ਹੋ ਚੁੱਕੀ ਹੈ। ਉਸਨੇ ਆਖਿਆ, ਮੈਂ ਅਦਬ ਨਾਲ ਸੁਨੇਹਾ ਦਿੱਤਾ ਹੈ, ਬਲ ਤਾਂ ਮੇਰੇ ਵਿੱਚ ਹੈ, ਪਰ ਮੈਂ ਤੁਹਾਡੇ ਨੇੜੇ ਨਹੀਂ ਆ ਸਕਦਾ। ਤੁਹਾਡੇ ਅੰਦਰ ਸਿਮਰਨ ਹੈ, ਮੈਂ ਤੁਹਾਨੂੰ ਤਰੋੜ ਮਰੋੜ ਕੇ ਨਹੀਂ ਲੈ ਜਾ ਸਕਦਾ। ਤੁਹਾਡੇ ਅੰਦਰ ਨਾਮ ਰਸ ਦਾ ਤੇਜ ਹੈ। ਅਸੀਂ ਗੋਬਿੰਦ ਭਜਨ, ਗੋਬਿੰਦ ਕੀਰਤਨ ਵਾਲੇ ਥਾਂ ਜ਼ੋਰ ਨਹੀਂ ਰੱਖਦੇ। ਸੰਦੇਸ਼ਾ ਦੇ ਦਿੱਤਾ ਹੈ। ਮੈਂ ਫਿਰ ਹੱਸ ਕੇ ਕਿਹਾ, ਮੈਂ ਅਚਰਜ ਹਾਂ ਕਿ ਤੁਸੀਂ ਸੰਦੇਸ਼ਾ ਦੇਣ ਵੀ ਕਿਉਂ ਆਏ, ਮੈਨੂੰ ਸੁਪਨੇ ਵਿੱਚ ਵੀ ਕਿਉਂ ਦਿਸੇ। ਮੈਨੂੰ ਸੰਦੇਸ਼ਾ ਦੇਣ ਗੁਰੂ ਕਾ ਸਿੱਖ ਆਉਂਦਾ, ਮੈਨੂੰ ਲੈਣ ਮਹਾਰਾਜ ਦਾ ਪਿਆਰਾ ਆਉਂਦਾ ਜੋ ਕਾਲ ਨੂੰ ਜਿੱਤ ਚੁੱਕੇ ਹਨ। ਤੁਸੀਂ ਕਾਲ ਦੇ ਲੇਖੇਦਾਰ ਕਿਉਂ ਆਏ? ਤਦ ਉਸਨੇ ਹੱਸ ਕੇ ਕਿਹਾ, ਮਾਈ ਤੂੰ ਸੱਚ ਆਖਦੀ ਹੈ। ਤੁਸੀਂ ਏਕੇ ਦੇ ਪਿਆਰ ਵਾਲੇ, ਇੱਕ ਦੀ ਲਗਨ ਵਾਲੇ, ਸਾਡੀ ਸਰਕਾਰ ਤੋਂ ਬਾਹਰ ਹੋ, ਪਰ ਤੁਸੀਂ ਆਪ ਕਦੇ ਕਦੇ ਨਿਰਾਸ਼ ਹੋ, ਆਪਣੀ ਉਮਰ ਗਿਣਿਆ ਕਰਦੇ ਹੋ ਤੇ ਸੰਸੇ ਵਿੱਚ ਟੁਰ ਜਾਇਆ ਕਰਦੇ ਹੋ ਕਿ ਖਬਰਾ ਉਮਰਾ ਸਾਥ ਦੇਵੇ ਕਿ ਨਾ। ਤੁਸੀਂ ਜਾਣਦੇ ਹੋ ਸੰਸਾ ਇਹ ਸੰਸਾਰ ਹੈ, ਸੋ ਇਸ ਪਿੱਛੇ ਮੈਂ ਆਇਆ ਹਾਂ, ਪਰ ਨਿਰਾ ਖਬਰ ਕਰਨ ਆਇਆ ਹਾਂ। ਤਦ ਮੈਂ ਕਿਹਾ, ਤੇਰਾ ਧੰਨ ਹੋਵੇ, ਤੂੰ ਮੈਨੂੰ ਮੱਤ ਦਿੱਤੀ ਹੈ। ਨਿਖੁੱਟੀ ਦੇ ਦਿਲ ਨੂੰ ਸੰਸਾ ਲੱਗ ਹੀ ਜਾਂਦਾ ਹੈ। ਚੰਗਾ, ਤੁਸੀਂ ਹੁਣ ਜਾਓ। ਲਾਲਜੀ ਉਹ ਜਾਵੇ ਨਾ, ਨੇੜੇ ਵੀ ਨਾ ਆਵੇ। ਸੀ ਵੀ ਅਦਬ ਵਿੱਚ, ਪਰ ਮੈਂ ਚਾਹਾਂ ਜਾਵੇ, ਸੋ ਉਸਨੂੰ ਮੈਂ ਦਿਲੋਂ ਸੰਕਲਪ ਨਾਲ ਜ਼ੋਰ ਲਾ ਲਾ ਕੇ ਟੋਰਾਂ ਤੇ ਇਉਂ ਮੇਰਾ ਬਲ ਖਰਚ ਹੋਵੇ। ਸੋ ਮੈਂ ਸਤਿਗੁਰੂ ਜੀ ਨੂੰ ਧੰਨ ਗੁਰੂ ਹਰਗੋਬਿੰਦ, ਧੰਨ ਗੁਰੂ ਹਰਗੋਬਿੰਦ ਕਰਕੇ ਯਾਦ ਕੀਤਾ। ਫਿਰ ਉਹ ਟੁਰ ਗਿਆ। ਇਹ ਸੀ ਸੁਪਨਾ। ਸੋ ਜੇ ਸੱਚ ਹੈ, ਮਾਲੂਮ ਸੱਚ ਹੁੰਦਾ ਹੈ, ਤਦ ਮੇਰੀ ਖੜ ਪੁੱਜ ਚੁੱਕੀ ਹੈ, ਪਰ ਸਿੱਖ ਪੂਰਨ ਨਹੀਂ ਹੋਈ। ਸੇਵਾਦਾਸ ਪੁੱਤਰਾ, ਕੋਈ ਉਪਰਾਲਾ ਕਰ। ਸੇਵਾਦਾਸ, ਮਾਂ ਜੀ, ਸਤਿਗੁਰ ਦੇ ਵਾਕ ਹਨ, ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਣਾ ਹੋਣਾ ਤੂੰ ਣੈ ਛੁਟੈ, ਨਿਕਟ ਨਾ ਜਾਈਓ ਦੂਤ। ਇਹ ਧਰਮਰਾਜ ਦਾ ਆਪਣੇ ਦੂਤਾਂ ਨੂੰ ਹੁਕਮ ਹੈ। ਵਾਕ ਸੱਤ ਹੈ, ਤੁਸੀਂ ਹੁਣ ਵੇਖ ਲਿਆ ਹੈ ਤੇ ਉਹ ਤੁਹਾਨੂੰ ਦੱਸ ਗਿਆ ਹੈ ਕਿ ਸੰਸਾ ਕਰਦੇ ਹੋ। ਦੂਰ ਖੜੋ ਕੇ ਸੰਦੇਸ਼ਾ ਦੇਣ ਦਾ ਹਿਆ ਵੀ ਤਾਂ ਪਿਆ ਹੈ, ਸੋ ਹੁਣ ਸੰਸਾ ਨਾ ਕੀਤਾ ਕਰੋ।
माई गुरु जी दा बिरद पतत पावन है, जरूर आउणगे, पर मेरी कंगली दी लिव डोरी पक्की नहीं। जे रत्ता मैथों छुट्टी तत्काल लै जाएगा। मैं किवें डोर पकड़ा, मेरे कलेजे होण विछोड़े दी पीड़ सहण दी भी ताकत नहीं। मेरा मत्था तड़फदा है, कद चरण परसां, कद ए सीस होवे ते ओ चरण होण। सेवादास माता तो साड़ी नाम विच लिव तां लग गई। 8 पैर गुरु जपदे हो, हिरदे निवास लभ पिया है, कि ये शुक्र नहीं। मां लख लख ते करोड़ करोड़ शुक्र है, पर ए तुक बच्चा वाच हां। दर्शन देखत दोख नसे, कबू न होवो दृष्ट अगोचर, जी के संग बसे। दर्शन देखदियां सब दुख ते दोष दूर हो गए। ਇਹ ਦਰਸ਼ਨ ਦਾ ਪ੍ਰਤਾਪ ਹੈ। ਫਿਰ ਮੰਗਦੇ ਕੀ ਹਨ ਕਿ ਕਦੇ ਮੇਰੀਆਂ ਅੱਖਾਂ ਗੋ ਦੂਰ ਨਾ ਹੋਵੋ। ਹੇ ਤੁਸੀਂ ਜਿਉਂ ਮੇਰੇ ਜੀ ਦੇ ਨਾਲ ਵਸ ਰਹੇ ਹੋ। ਪੁੱਤ ਜੀ ਕੇ ਸੰਗ ਬਸੇ ਤਾਂ ਹੋ ਚੁੱਕੇ, ਵਿਥ ਵਿਰਲ ਨਹੀਂ, ਪਰ ਦਰਸ਼ਨ ਦਾ ਸਵਾਦ ਇਸ ਤੋਂ ਕੁਝ ਹੋਰਵੇਂ ਹੈ, ਜਿਸ ਲਈ ਅੰਦਰਲੀ ਤੜਪ ਗੁਰੂ ਜੀ ਐਵੇਂ ਦੱਸਦੇ ਹਨ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਤਾਂ ਬਸੇ, ਪਰ ਦਰਸ਼ਨ ਹੋਣ ਨਾ, ਕਦੇ ਝਲਕਾ ਦੇਣ ਨਾ, ਫਿਰ ਆਸ ਪੂਰੀ ਹੋਵੇ। ਪਰ ਹਾਏ ਮੇਰੇ ਦਿਨ ਮੁੱਕ ਚੁੱਕੇ, ਮੇਰੇ ਲੇਖੇ ਵਿੱਚ ਸਵਾਸ ਬਾਕੀ ਨਹੀਂ ਰਹੇ। ਮੇਰੇ ਵਿੱਚ ਕੋਈ ਗੁਣ ਸਤਿਆ ਨਹੀਂ, ਪਰ ਸਿੱਕ ਅਜੇ ਹੈ ਤੇ ਤਿਰਖੀ ਹੋ ਰਹੀ ਹੈ, ਕੋਈ ਉਪਾਅ ਕਰ। ਪੁੱਤਰ ਨੈਣ ਭਰ ਕੇ ਜੋ ਕਹੋ ਸੋ ਕਰਾਂ। ਮਾਂ ਅਰਦਾਸ ਕਰ। ਪੁੱਤਰ ਅੰਮਾ ਅਰਦਾਸ ਕਰਨੀ ਬੇਅਦਬੀ ਏ। ਉਹ ਆਪਣੀ ਮੌਜ ਨਾਲ ਕੰਗਲਿਆਂ ਦੇ ਘਰ ਵਲਿੱਖਾਂ ਚੀਰ ਕੇ ਆ ਜਾਣ, ਪਰ ਅਰਦਾਸ ਕਰਨੀ ਤਾਂ ਦਾਸਾਂ ਵੱਲੋਂ ਖੇਚਲ ਦੇਣੀ ਹੈ। ਮਾਂ ਕੰਬ ਕੇ ਠੀਕ ਹੈ, ਪਰ ਬੱਚਾ ਮੇਰੀ ਦਰਸ਼ਨ ਤਾਂਗ ਤਾਂ ਬੇਅਦਬੀ ਨਹੀਂ, ਇਹ ਵੀ ਤਾਂ ਇੱਕ ਅਰਦਾਸ ਹੈ। ਪੁੱਤ ਨਹੀਂ ਮਾਂ ਜੀ, ਇਹ ਦਰਸ਼ਨ ਤਾਂ ਅਦਬ ਦੀ ਪਿਆਰ ਦੀ ਚਾਹਨਾ ਹੈ। ਇਹ ਚੱਲ ਦੇਣ ਲਈ ਗੁਸਤਾਖੀ ਨਹੀਂ, ਇਹ ਪਿਆਰ ਹੈ ਤੇ ਨਾਲ ਰਜ਼ਾ ਪਰ ਟੁਰਨ ਦਾ ਯਤਨ ਹੈ। ਮਾਂ ਚੰਗਾ ਲਾਲ ਜੀ, ਹੁਣ ਮੈਂ ਉੱਠਾਂ, ਨਾਵਾਂ ਧੋਵਾਂ, ਆਪਣਾ ਧਿਆਨ ਜੀ ਦੇ ਹਜ਼ੂਰ ਹਾਜ਼ਰ ਹੋਵਾਂ। ਇਸ ਪ੍ਰਕਾਰ ਕਈ ਵੇਰ ਮਾਂ ਪੁੱਤ ਦੇ ਆਪੋ ਵਿੱਚ ਸਤਸੰਗ ਦੇ ਵਿਚਾਰ ਹੁੰਦੇ ਰਹੇ। ਮਾਈ ਦੀ ਉਹ ਲਗਨ, ਉਹ ਆਰਾਧਨਾ ਤੇ ਉਹ ਪਿਆਰ ਵਿੱਚ ਜੋ ਸੰਸਾ ਕਦੇ ਪੈਂਦਾ ਸੀ, ਉਹ ਨਿਕਲ ਗਿਆ ਤੇ ਖਿੱਚ ਦੂਣੀ ਕਰ ਗਿਆ। ਦਰਸ਼ਨ ਤਾਂਗ ਦੀ ਤਾਰ ਖਿਚੀਂਦੀ ਗਈ। ਮੈਂ ਮਰ ਜਾਸਾਂ ਮਾਲੂਮ ਹੋਵੇ ਨਹੀਂ, ਚਰਨ ਪਰਸੇ ਬਿਨਾ ਨਹੀਂ। ਪਰ ਇਹ ਕਾਂਬਾ ਹੁਣ ਵਧੇਰੇ ਆਵੇ ਕਿ ਉਹ ਬੜੇ ਕੰਮਾਂ ਵਾਲੇ ਜਗਤ ਜਲੰਦੇ ਨੂੰ ਰੱਖਣ ਆਏ। ਮੈਂ ਨਿਕਾਰੀ ਦੀ ਖਾਤਰ ਆਪਣਾ ਸਮਾਂ ਵਿਅਰਥ ਗੁਆਉਣਗੇ। ਪਰ ਫਿਰ ਕੋਈ ਤਾਕਤ ਅੰਦਰੋਂ ਆਖੇ ਨਹੀਂ, ਮੇਰੇ ਜੋ ਹੋਏ, ਆਪਣੇ ਜੋ ਹੋਏ ਕਿਉਂ ਨਾ ਮਿਲਣਗੇ। ਮੇਰੇ ਕੋਈ ਵਸ ਹੈ ਕਿ ਮੈਂ ਦਰਸ਼ਨ ਤਾਂਗ ਨੂੰ ਫੜ ਕੇ ਅੰਦਰ ਰੱਖਿਆ ਹੈ? ਇਹ ਤਾਂ ਮੇਰੇ ਵਸੋਂ ਬਾਹਰ ਦੀ ਹੈ। ਹੁਣ ਸੇਵਾਦਾਸ ਕਦੇ ਕਦੇ ਸੁਣੇ ਕਿ ਗੁਰੂ ਜੀ ਆ ਰਹੇ ਹਨ, ਪਰ ਉਧਰੋਂ ਪਾਤਸ਼ਾਹ ਕਸ਼ਮੀਰ ਆ ਰਿਹਾ ਸੀ। ਉਹ ਖਬਰਾਂ ਉੱਡਣ ਤੇ ਅੱਗੋਂ ਕਸ਼ਮੀਰ ਦੇ ਹਾਕਮ ਪਏ ਤਿਆਰੀਆਂ ਕਰਨ। ਇਸ ਕਰਕੇ ਰੌਲਾ ਪੈ ਜਾਵੇ ਕਿ ਕੌਣ ਆ ਰਿਹਾ ਹੈ। ਸਤਿਗੁਰੂ ਜੀ ਨੇ ਕੋਈ ਸੰਦੇਸ਼ ਅੱਗੇ ਘੱਲਿਆ ਨਹੀਂ, ਪਰ ਉਤਾਵਲ ਪਹੁੰਚਣ ਦੀ ਮਾਲੂਮ ਹੁੰਦੀ ਹੈ। ਗੁਰਦੁਆਰਿਆਂ ਦੇ ਨਿਸ਼ਾਨ ਦੱਸਦੇ ਹਨ ਕਿ ਚੰਗੀ ਲੰਮੀ ਮੰਜ਼ਲ ਕਰਕੇ ਸਫ਼ਰ ਮੁਕਾਉਂਦੇ ਗਏ ਹਨ। ਇੱਕ ਦਿਨ ਸਵੇਰ ਸਾਰ ਮਾਈ ਨੇ ਸੇਵਾਦਾਸ ਨੂੰ ਆਵਾਜ਼ ਦਿੱਤੀ। ਸੇਵਾਦਾਸ ਉਸ ਵੇਲੇ ਭਜਨ ਕਰਕੇ ਉੱਠਿਆ ਹੀ ਸੀ। ਅੱਗੋਂ ਆਵਾਜ਼ ਦਿੱਤੀ ਉਸ, ਹਾਂ ਮਾਂ ਜੀ। ਮਾਤਾ ਤੂੰ ਤਾਂ ਸਤਿਗੁਰ ਵੇਖੇ ਹਨ, ਬੜਾ ਸੁੰਦਰ ਸਰੀਰ ਹੈ, ਚੰਗੇ ਲੰਮੇ ਤੇ ਭਰਵੇਂ ਹਨ। ਸੇਵਾਦਾਸ ਹਾਂ ਮਾਂ ਜੀ। ਮਾਤਾ ਬਾਹਾਂ ਸਾਥੋਂ ਲੰਮੀਆਂ ਹਨ। ਸੇਵਾਦਾਸ ਜੀ ਮਾਂ ਜੀ। ਮਾਤਾ ਹੱਸਦੇ ਹਨ ਤਾਂ ਅੱਖਾਂ ਵਿੱਚ ਇੱਕ ਬਿਜਲੀ ਚਮਕ ਲਿਸ਼ਕਾਰਾ ਮਾਰਦੀ ਹੈ। ਸੇਵਾਦਾਸ ਅਚਰਜ ਹੋ ਕੇ, ਕਿਉਂ ਮਾਂ ਜੀ, ਤੁਸਾਂ ਦਰਸ਼ਨ ਪਾਏ ਹਨ? ਮਾਤਾ ਬੱਚਾ ਮੈਂ ਇੱਕ ਚਾਵਲਾ ਡਿੱਠਾ ਹੈ ਕਿ ਇੱਕ ਗੱਦੀ ਪਰ ਬੈਠੇ ਹਨ, ਕੋਈ ਸ਼ਹਿਦ ਲਿਆਇਆ ਹੈ ਤੇ ਅੱਗੇ ਰੱਖੀ ਹੈ, ਤੇ ਉਹ ਸਿੱਖ ਹੈ ਨਾ ਬ੍ਰਹਮ ਗਿਆਨੀ ਅਲਮਸਤ, ਜਿਹਨੂੰ ਕੱਟੂ ਸ਼ਾਹ ਆਖਦੇ ਹਨ। ਉਹ ਬੈਠਾ ਹੈ ਤੇ ਆਪ ਆਖਦੇ ਹਨ, ਜੇ ਸ਼ਹਿਦ ਮੈਂ ਖਾਣੀ ਹੈ ਤਾਂ ਕੱਟੂ ਸ਼ਹਿਦ ਦੇ ਮੂੰਹ ਪਾਓ। ਨਾਮ ਰਸੀਏ ਦੀ ਰਸਨਾ ਮੇਰੀ ਰਸਨਾ ਹੈ।
ਤੇ ਅੱਗੋਂ ਕੱਟੂ ਸ਼ਾਹ ਸ਼ਹਿਦ ਖਾ ਕੇ ਚਮਕ ਉੱਠਿਆ ਤੇ ਕਹਿੰਦਾ ਹੈ, ਧੰਨ ਹਰਗੋਬਿੰਦ, ਧੰਨ ਗੁਰੂ ਹਰਗੋਬਿੰਦ, ਧੰਨ ਗਰੀਬ ਨਿਵਾਜ, ਧੰਨ ਦਾਸ ਨਿਵਾਜ, ਧੰਨ ਪਤਿਤਾਂ ਦਾ ਪਿਆਰਨਹਾਰ, ਧੰਨ ਨੀਚਾਂ ਦਾ ਸਾਥੀ, ਧੰਨ ਨਿਮਾਣਿਆਂ ਦਾ ਬੇਲੀ। ਤੇ ਫਿਰ ਮੈਂ ਡਿੱਠਾ ਕਿ ਉਹ ਸ਼ਹਿਦ ਸਤਿਗੁਰਾਂ ਨੇ ਸੰਗਤ ਨੂੰ ਵਰਤਾਈ ਤੇ ਵੇਖੋ ਉਸ ਦਾ ਸਵਾਦ ਉਹਨਾਂ ਨੂੰ ਆ ਰਿਹਾ ਸੀ। ਇਉਂ ਦਾ ਇੱਕ ਝਾਵਲਾ ਲੰਘਿਆ ਹੈ। ਕਿਉਂ ਪੁੱਤ, ਇਹ ਸੂਰਤ ਗੁਰੂ ਜੀ ਦੀ ਹੈ। ਸੇਵਾਦਾਸ ਸੁਣਦਾ ਕਿਸੇ ਸਵਾਦ ਵਿੱਚ ਮਗਨ ਹੋ ਰਿਹਾ ਸੀ, ਬੋਲ ਨਹੀਂ ਸਕਦਾ ਸੀ। ਉਸ ਦੇ ਨੈਣਾਂ ਅੱਗੇ ਉਹ ਰੱਬੀ ਜਲਾਲ ਵਾਲੀ ਮੂਰਤ ਫਿਰ ਰਹੀ ਸੀ ਤੇ ਪਿਆਰ ਦੀ ਚਰਨਾਹਟ ਨਾਲ ਥਰਰ ਥਰਰ ਕਾਲਜੇ ਵਿੱਚ ਹੁੰਦੀ ਸੀ। ਉਹ ਸੁਣ ਰਿਹਾ ਸੀ। ਉੱਧਰ ਉਸ ਦੇ ਅੰਦਰ ਮੂਰਤ ਅੰਕਿਤ ਹੋ ਰਹੀ ਸੀ। ਉਸ ਨੂੰ ਘੋੜੇ ਚੜੇ ਦਿਸਣ ਲੱਗ ਪਏ ਤੇ ਐਉਂ ਪਾਸੇ ਕੇ ਆ ਰਹੇ ਹਨ। ਉੱਧਰ ਮਾਂ ਪੁੱਛਦੀ ਚੁੱਪ ਹੋ ਗਈ। ਸੁਪਨਾ ਫੇਰ ਅੱਖਾਂ ਅੱਗੇ ਆ ਗਿਆ। ਉਹ ਸੂਰਤ ਫੇਰ ਦਿਸ ਪਈ ਤੇ ਆਪਣੇ ਵਿੱਚ ਖਿੱਚ ਲੈ ਗਈ। ਮਾਈ ਦੇ ਬਾਹਰੋਂ ਮੀਟੇ ਹੋਏ ਨੈਣ ਅੰਦਰੋਂ ਖੁੱਲ੍ਹ ਕੇ ਉਸ ਦੇ ਦਰਸ਼ਨ ਵਿੱਚ ਮਸਤ ਹੋ ਗਏ, ਜਿਵੇਂ ਸੂਰਜ ਦੀ ਤਾਬ ਰੱਖਣ ਵਾਲੇ ਨੈਣ ਸੂਰਜ ਤੇ ਟਿਕ ਜਾਣ। ਸੇਵਾਦਾਸ ਦਾ ਮਨ ਗੁਰੂ ਜੀ ਦੀ ਸਫ਼ਰ ਵਿੱਚ ਤੋਰ ਵੇਖ ਰਿਹਾ ਹੈ ਕਿ ਆ ਰਹੇ ਹਨ। ਮਾਂ ਉਹਨਾਂ ਦੇ ਟਿੱਕੇ ਜਲਾਲ ਦੇ ਦਰਸ਼ਨ ਵਿੱਚ ਆਪਾਂ ਭੁੱਲ ਬੈਠੀ ਹੈ ਕਿ ਕਾਠੀ ਦਰਵਾਜ਼ੇ ਵੱਲੋਂ ਖਟਕਾਰ ਹੋਣ ਲੱਗ ਪਿਆ। ਟਾਪਾਂ ਦੀ ਆਵਾਜ਼ ਆਈ, ਪਰ ਦੋਹਾਂ ਦੇ ਕੰਨ ਸੁਣ ਨਹੀਂ ਰਹੇ। ਦੋਹਾਂ ਦੇ ਨੈਣ ਬੰਦ ਹੋਏ, ਧਿਆਨ ਮਗਨ ਦਰਸ਼ਨ ਦਾ ਆਨੰਦ ਲੈ ਰਹੇ ਹਨ ਕਿ ਬੂਹੇ ਦੇ ਬਾਹਰ ਹੁਣ ਤਾਂ ਐਨ ਘਰ ਦੇ ਅੱਗੇ ਬੇਚੈਨ ਘੋੜੇ ਦੀਆਂ ਟਾਪਾਂ ਟਪ ਟਪ ਸੁਣਾਈ ਦੇਣ। ਸੇਵਾਦਾਸ ਨੇ ਧਿਆਨ ਵਿੱਚ ਖੜੇ ਤੱਕੇ। ਘਬਰਾ ਕੇ ਨੈਣ ਖੁੱਲ੍ਹ ਗਏ। ਕੰਨਾਂ ਨੇ ਹੁਣ ਟਾਪਾਂ ਦੀ ਟਪ ਟਪ ਸੁਣੀ। ਕਾਹਲੀ ਨਾਲ ਉੱਠਿਆ। ਚੁੰਧਿਆਈਆਂ ਅੱਖਾਂ ਨਾਲ ਮਿਕਨਾਤੀਸੀ ਪੱਥਰ ਦੀ ਖਿੱਚ ਵਾਂਗ ਖਿਚੀਂਦੇ ਜਾ ਬੂਹਾ ਖੋਲਿਆ। ਸੱਚਮੁੱਚ ਮੀਰੀ ਪੀਰੀ ਦੇ ਮਾਲਕ ਦਰ ਤੇ ਖੜੇ ਹਨ। ਹੱਥ ਵਿੱਚ ਭਾਰੀ ਬਰਛਾ, ਮੱਥੇ ਤੇ ਰੱਬੀ ਜਲਾਲ, ਨੈਣਾਂ ਵਿੱਚ ਇਲਾਹੀ ਤੇਜ। ਪਿਆਰ ਦਾ ਮੀਂਹ ਵਸਾਉਂਦੇ ਘੋੜੇ ਤੇ ਬੈਠੇ ਹਨ ਤੇ ਘੋੜਾ ਕਾਲਾ ਹੋ ਰਿਹਾ ਹੈ। ਖੁਰ ਚੁੱਕਦਾ ਹੈ, ਖੁਰ ਰੱਖਦਾ ਹੈ, ਪਰ ਸੇਵਾਦਾਸ ਉਸੇ ਲਗਨ ਵਿੱਚ ਜਾ ਰਕਾਬ ਤੇ ਸਿਰ ਧਰਦਾ ਹੈ, ਚਰਨ ਪਰਸਦਾ ਹੈ। ਪਸ਼ੂ ਘੋੜਾ ਵੀ ਸ਼ਾਂਤ ਹੋ ਖੜੋ ਜਾਂਦਾ ਹੈ। ਕੋਈ ਅਗੰਮੀ ਲਹਿਰ ਸੇਵਾਦਾਸ ਦੇ ਪਿਆਰ ਦੀ ਉਸ ਨੂੰ ਵੀ ਅਡੋਲ ਕਰ ਦਿੰਦੀ ਹੈ। ਰਕਾਬ ਤੋਂ ਸਿਰ ਚਾਹ ਕੇ ਚਿਹਰੇ ਵੱਲ ਤੱਕਦਾ ਤੇ ਬੇਬਲ ਹੋ ਫਿਰ ਸਿਰ ਰਕਾਬ ਤੇ ਰੱਖ ਦਿੰਦਾ ਹੈ। ਸੱਚ ਹੈ ਤੇ ਸੱਚ ਹੈ ਕਿ ਅਸਾਂ ਨਿਮਾਣਿਆਂ ਦੇ ਘਰ ਆ ਗਏ ਹਨ। ਅਸਾਂ ਨਚੀਜਿਆਂ ਦੇ ਘਰ ਵਲਿੱਖਾਂ ਚੀਰ ਕੇ ਜਗਤ ਦੇ ਸੁਆਮੀ ਆ ਗਏ ਹਨ। ਹਾਂ, ਸੱਚ ਹੈ ਸੇਵਾਦਾਸ, ਜੋ ਬ੍ਰਹਮ ਲੋਕ ਤੋਂ ਸੱਚਖੰਡ ਤੋਂ ਮਾਤ ਲੋਕ ਵਿੱਚ ਪਿਆਰ ਦੇ ਬੱਧੇ ਆਉਂਦੇ ਹਨ। ਉਹਨਾਂ ਤੇ ਤਰੁੱਠਵੇਂ ਪਿਆਰ ਦੇ ਅੱਗੇ ਮਾਤ ਲੋਕ ਦੀਆਂ ਵਿੱਥਾਂ ਤੇ ਦੂਰੀਆਂ ਪੈਂਡੇ ਕੀ ਚੀਜ਼ ਹਨ। ਆ ਗਏ ਤੇ ਸੱਚਮੁੱਚ ਆ ਗਏ ਹਨ। ਰਕਾਬ ਫੜ ਕੇ ਘੋੜੇ ਤੋਂ ਉਤਾਰਿਆ, ਫਿਰ ਚਰਨਾਂ ਤੇ ਢਹਿ ਕੇ ਪਿਆਰ ਕੀਤਾ, ਫਿਰ ਅੰਦਰ ਲੈ ਆਇਆ, ਪਲੰਗ ਢਾ ਕੇ ਬਿਠਾਇਆ ਤੇ ਅੰਦਰ ਜਾ ਕੇ ਧਿਆਨ ਮਗਨ ਮਾਤਾ ਨੂੰ ਦੱਸਿਆ ਕਿ ਆ ਗਏ ਹਨ, ਮਹਾਰਾਜ ਆ ਗਏ ਹਨ। ਆਵਾਜ਼ ਸੁਣ ਕੇ ਮਾਂ ਦੇ ਨੈਣ ਖੁੱਲ੍ਹ ਗਏ, ਪਰ ਨਾ ਸਮਝ ਕੇ ਕਿ ਕੀ ਹੈ, ਮਾਈ ਨੇ ਨੈਣ ਘੁੱਟ ਲਏ ਕਿ ਕਿਵੇਂ ਦਰਸ਼ਨ ਓਲੇ ਨਾ ਹੋਵੇ। ਮਾਨੋ ਨੈਣਾਂ ਦੀ ਘੁੱਟ ਦਰਸ਼ਨਾਂ ਨੂੰ ਘੁੱਟ ਸਕਦੀ ਹੈ, ਪਰ ਇਨਸਾਨ, ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਦਾ ਕੁੱਠਾ ਇਨਸਾਨ, ਪ੍ਰਤੱਖ ਦਰਸ਼ਨਾਂ ਦੀ ਤ੍ਰੇ ਦਾ ਲੁੱਠਾ ਇਨਸਾਨ, ਹੋਰ ਕਰੇ ਵੀ ਕੀ। ਸੇਵਾਦਾਸ ਨੇ ਮਾਂ ਨੂੰ ਫਿਰ ਕਿਹਾ, ਅੰਮਾ ਆ ਗਏ ਹਨ। ਅੰਮਾ ਬੰਦ ਨੈਣਾਂ ਵਿੱਚੋਂ ਹੀ, ਹਾਂ ਬੇਟਾ ਮੈਂ ਦਰਸ਼ਨ ਕਰ ਰਹੀ ਹਾਂ। ਪੁੱਤ, ਅੰਮਾ ਸਾਮਰਥਕ ਆ ਗਏ ਹਨ। ਮਾਂ, ਸਾਮਰਥਕ ਦਰਸ਼ਨ ਹਨ, ਨਾ ਬੁਲਾ, ਮੈਥੋਂ ਵਿਛੜਨ ਨਹੀਂ ਹੁੰਦਾ। ਪੁੱਤ, ਅੰਮਾ ਪ੍ਰਤੱਖ ਆਏ ਬੈਠੇ ਹਨ। ਮਾਂ, ਹਾਂ ਪਲੰਗ ਤੇ ਦਰਸ਼ਨ ਦੇ ਰਹੇ ਹਨ। ਪੁੱਤ, ਅੰਮਾ ਅੱਖਾਂ ਖੋਲ ਤੇ ਚੱਲ ਬਾਹਰ। ਮਾਂ, ਨਾ ਬੁਲਾਓ, ਨਾ ਸਤਾਓ, ਸਿੱਕ ਕੇ ਵੇਖੇ ਹਨ, ਰਜ ਰਜ ਕੇ ਵੇਖ ਲੈਣ ਦਿਓ। ਹਾਏ ਚੁੱਪ ਕਰੋ ਨਾ।
पुत हिला के, की कर रहे हो? बेअदबी हो रही है, छेती चलो। मां, आ गए, मेरे आंगन आ गए, मेरे सामने आ गए, मैनू चरण बख्श दिते, क्यों हिलाने हो? रता को तां होर स्वाद लैण दिओ। सेवादास इस मगनता ਨੂੰ ਸਮਝ ਨਹੀਂ ਰਿਹਾ ਸੀ, ਪਰ ਉਹ ਬੇਅਦਬੀ ਦੇ ਭੈ ਤੇ ਛੇਤੀ ਮਾਂ ਦਰਸ਼ਨ ਕਰੇ ਦੇ ਡਾਢੇ ਖੁਸ਼ੀ ਭਰੇ ਰੰਗ ਵਿੱਚ ਕਾਲਾ ਹੋ ਰਿਹਾ ਸੀ। ਪਰ ਬਾਹਰ ਬੈਠੇ ਏਕਾ ਸੁਰਤ ਜੇਤੇ ਹੈ ਜੀ ਦੇ ਅਸੂਲ ਦੇ ਜਾਣੂ, ਦਿਲਾਂ ਦੇ ਮਹਿਰਮ ਪਲੰਗ ਤੋਂ ਤਾਵਲੇ ਹੋ ਉੱਠੇ ਤੇ ਅੰਦਰ ਆ ਕੇ ਮਾਈ ਦੇ ਸਾਹਮਣੇ ਖੜੋ ਗਏ। ਸੇਵਾਦਾਸ ਨੂੰ ਇਸ਼ਾਰਾ ਕੀਤਾ ਕਿ ਨਾ ਬੁਲਾਓ। ਧਿਆਨੀ ਧਿਆਨ ਮਗਨ ਅਡੋਲ ਸਮਾਧੀ ਵਿੱਚ ਹੈ। ਧਿਆਨਿਸ਼ਟ ਜੀ ਪ੍ਰਤੱਖ ਸਾਮਰਥਕ ਸਾਹਮਣੇ ਖੜੇ ਹਨ। ਖੜੇ ਖੜੇ ਨੈਣ ਬੰਦ ਕਰ ਧਿਆਨ ਦੇ ਦੇਸ਼ ਮਾਈ ਦੇ ਧਿਆਨਿਸ਼ਟ ਰੂਪ ਵਿੱਚ ਬੋਲੇ, ਤੱਕੋ ਤਾਂ ਸਹੀ। ਇਉਂ ਹੁੰਦੇ ਸਾਰ ਮਾਈ ਦੇ ਨੈਣ ਖੁੱਲੇ। ਪ੍ਰਤੱਖ ਮੂਰਤੀ ਸਾਹਮਣੇ ਵੇਖੀ। ਉਹ ਜੋ ਧਿਆਨ ਵਿੱਚ ਵੇਖੀ ਸੀ, ਧਿਆਨ ਤੋਂ ਉਥਾਨ ਹੁੰਦੀ ਤੇ ਪ੍ਰਤੱਖ ਦਰਸ਼ਨ ਦੇ ਅਚਾਨਕ ਨਜ਼ਾਰੇ ਤੋਂ ਸਮਾਧੀ ਵੱਲ ਰੁਖ ਖਾਂਦੀ, ਸੁਰਤ ਕਿਸ ਅਚਰਜ ਰਸ ਵਿੱਚ ਆ ਚਰਨਾਂ ਤੇ ਟਹਿ ਪਈ। ਸਤਿਗੁਰੂ ਜੀ ਬੈਠ ਗਏ। ਬਿਰਧ ਦਾ ਸਿਰ ਗੋਦ ਵਿੱਚ ਲੈ ਲਿਆ। ਸਿਰ ਤੇ ਰੱਬੀ ਹੱਥ ਪਿਆਰ ਕਰਨ ਲੱਗਾ। ਮਾਈ ਦੀ ਸੁਰਤ ਨਿਆਣੇ ਬੱਚੇ ਵਾਂਗੂ ਗੋਦ ਪਈ। ਕੁਝ ਪ੍ਰਤੱਖ, ਕੁਝ ਧਿਆਨ ਦੇ ਮਿਸ਼ਰਤ ਰੰਗ ਵਿੱਚ ਰਸਲੀਨ ਹੋ ਰਸ ਅਨੁਭਵਤਾ ਦੇ ਹਾਲ ਵਿੱਚ ਆਉਂਦੀ ਹੈ। ਕਿੰਨੇ ਹੀ ਚਿਰ ਮਗਰੋਂ ਸਿਰ ਚਾ ਚੱਕਦੀ ਹੈ ਤੇ ਦਰਸ਼ਨ ਪਾਉਂਦੀ ਹੈ। ਜਲਾਲ ਵੇਖ ਕੇ ਫਿਰ ਸਿਰ ਸੱਟ ਕੇ ਸਿਰ ਤੇ ਫਿਰਦੇ ਹੱਥ ਦਾ ਪਿਆਰ ਰਸ ਮਾਣਦੀ ਹੈ। ਫਿਰ ਸਿਰ ਚੁੱਕਦੀ ਹੈ, ਫਿਰ ਸਿਰ ਰੱਖਦੀ ਹੈ। ਕਿੰਨੇ ਚਿਰ ਮਗਰੋਂ ਸਾਰੀ ਸੁਰਤ ਪਰਤਾ ਖਾਂਦੀ ਹੈ ਤੇ ਠੰਡਾ ਸਾਹ ਲੈ ਕੇ ਆਖਦੀ ਹੈ, ਆ ਗਏ ਨਿਮਾਣਿਆਂ ਦੇ ਮਾਣ। ਫਿਰ ਚਰਨ ਲੱਭਦੀ ਤੇ ਘੁੱਟ ਕੇ ਲਿਪਟ ਜਾਂਦੀ ਹੈ। ਆਖਦੀ ਹੈ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ, ਜੀ ਕੇ ਸੰਗ ਬਸੇ। ਕੁਝ ਚਿਰ ਮਗਰੋਂ ਸਿਰ ਚਾ ਕੇ ਵੇਖਦੀ ਹੈ। ਦਰਸ਼ਨ ਦੇਖਤ ਦੋਖ ਨਸੇ, ਕਬਹੂ ਨਾ ਹੋਵੋ ਦ੍ਰਿਸ਼ਟ ਅਗੋਚਰ, ਜੀ ਕੇ ਸੰਗ ਬਸੇ। ਮਾਈ ਦਾ ਉਸ ਬੁੱਢੇ ਦੀ ਅਵਸਥਾ ਦਾ ਥਰਥਰਾਂਦਾ ਗਲਾ ਜਿਸ ਵੇਲੇ ਕਬੂ ਨਾ ਹੋਵੋ ਦ੍ਰਿਸ਼ਟ ਅਗੋਚਰ ਦੀ ਪਿਆਰੀ ਆਵਾਜ਼ ਕੱਢਦਾ ਹੈ ਤਾਂ ਨੈਣ ਜਲ ਨਾਲ ਭਰ ਆਉਂਦੇ ਹਨ। ਇਨਸਾਨ ਦੇ ਅੰਦਰ, ਮਨੁੱਖ ਦੇ ਅੰਦਰ ਜੋ ਵਾਹਿਗੁਰੂ ਦਰਸ਼ਨਾਂ ਦੀ ਕੁਦਰਤੀ ਸਿੱਖ ਹੈ, ਉਸ ਨੂੰ ਸਮਝਣ ਵਾਲੇ ਸਮਝ ਸਕਦੇ ਹਨ ਕਿ ਮਾਈ ਦੇ ਅੰਦਰ ਕੀ ਬੀਤ ਰਹੀ ਹੈ, ਕਿਸ ਤਰ੍ਹਾਂ ਦੀ ਖੁਸ਼ੀ ਹੈ, ਕਿਸ ਤਰ੍ਹਾਂ ਦਾ ਸ਼ੁਕਰ ਹੈ, ਕਿਸ ਤਰ੍ਹਾਂ ਦੀ ਅਰਦਾਸ ਹੈ। ਕਬੂ ਨਾ ਹੋਵੋ ਦ੍ਰਿਸ਼ਟ ਅਗੋਚਰ, ਜੀ ਕੇ ਸੰਗ ਬਸੇ। ਚਿਰਕਾਲ ਮਾਈ ਨੇ ਭਗਤੀ ਪ੍ਰੇਮ ਵਾਲੇ ਸ਼ਾਂਤ ਰਸ ਦਾ ਆਨੰਦ ਲਿਆ। ਮਗਨ ਹੋ ਹੋਸ਼ਾਂ ਵਿੱਚ ਆਈ ਤੇ ਬੋਲੀ, ਹਉ ਵਾਰੀ ਹਉ ਸਦ ਬਲਿਹਾਰੀ, ਹਉ ਸਦਕੇ ਘੋਲੀ ਸਦ ਵਾਰੀ। ਅੱਜ ਉਹ ਮਾਲਾ ਜੋ ਰੇਜੇ ਤੇ ਲਟਕਾਂਦੀ ਸੀ, ਆਪਣੇ ਕੰਬਦੇ ਪਰ ਪਿਆਰ ਭਰੇ ਹੱਥਾਂ ਨਾਲ ਗੁਰੂ ਜੀ ਦੇ ਗਲੇ ਪਾਈ। ਉਸ ਚੌਕੀ ਪਰ ਜਿਸ ਪਰ ਰੇਜਾ ਰੱਖਦੀ ਸੀ, ਪ੍ਰਤੱਖ ਗੁਰੂ ਜੀ ਨੂੰ ਬਿਠਾ ਕੇ ਰੇਜਾ ਚਰਨਾਂ ਤੇ ਰੱਖਿਆ। ਚੰਦਰ ਉੱਪਰ ਛਿੜਕਾਇਆ। ਇਸ ਪੂਜਾ ਹਾਲਤ ਵਿੱਚ ਭਗਤ ਵਛਲ ਜੀ ਬੋਲੇ, ਮਾਈ ਕੱਪੜੇ ਮੈਲੇ ਹੋ ਰਹੇ ਹਨ, ਆਪਣੇ ਰੇਜੇ ਦੇ ਕੱਪੜੇ ਪਹਿਨਾ ਜੋ ਪਹਿਨਣ ਮੈਂ ਆਇਆ ਹਾਂ। ਮਾਈ ਸਦਕੇ ਹੋ ਰਹੀ ਸੀ। ਗੁਰੂ ਜੀ ਦੀ ਕੀਰਤੀ ਗਾ ਰਹੀ ਸੀ। ਉੱਚੇ ਕਿਸੇ ਰੰਗ ਵਿੱਚ, ਉੱਚੇ ਕਿਸੇ ਰਸ ਵਿੱਚ ਮਗਨ ਸੀ। ਆਪਣੇ ਗੁਰੂ ਤੋਂ ਵਾਰਨੇ ਹੋ ਰਹੀ ਸੀ। ਦਰਜੀ ਬੁਲਾਇਆ ਗਿਆ ਤੇ ਉਸੇ ਵੇਲੇ ਰੇਜਾ ਕੱਟ ਕੇ ਗੁਰੂ ਜੀ ਦਾ ਜਾਮਾ ਸੀਤਾ ਗਿਆ ਤੇ ਪਹਿਰਾਇਆ ਗਿਆ। ਸਤਿਗੁਰੂ ਜੀ ਨੇ ਇਸ ਵੇਲੇ ਇੱਕ ਐਸੀ ਦ੍ਰਿਸ਼ਟ ਪਾਈ ਕਿ ਮਾਈ ਦੇ ਨੈਣ ਅੰਦਰੋਂ ਖੁੱਲੇ, ਜਿਸ ਅਵਸਥਾ ਨੂੰ ਯੋਗੀ ਤਰਸਦੇ ਹਨ। ਹਾਂ, ਜਾਂ ਗਤ ਕੋ ਜੋਗੀਸਰ ਬਾਛਤ, ਸੋ ਗਤ ਛਿਨ ਮੈਂ ਪਾਈ। ਇਸ ਪ੍ਰੇਮ ਸਦਕੇ, ਇਸ ਗੁਰੂ ਮਿਹਰ ਤੇ ਸਿੱਖ ਦਰਸ਼ਨ ਤਾਂਗ ਦੇ ਸਦਾ ਸਦਕੇ, ਇਹ ਤਾਰਨਹਾਰ ਮੂਰਤੀ, ਇਹ ਤਾਰਈ ਮੂਰਤੀ ਸਦਾ ਥਿਰ ਰਹੋ, ਸਦਾ ਥਿਰ ਰਹੋ, ਸਦਾ ਥਿਰ ਰਹੋ ਭਗਤ ਜਨਾਂ ਦੇ ਰਿਦੇ। ਹਾਂਜੀ, ਇਸ ਪ੍ਰੇਮ ਸਦਕੇ
इस गुरु मेहर ते सिख दर्शन तांग दे सदा सदके। ए तारन हार मूर्ति, ए तार रही मूर्ति सदा थिर रहो, सदा थिर रहो, सदा थिर रहो। भगत जना दे रे दे। वाहिगुरु जी का खालसा, वाहिगुरु जी की फतेह।